ਚੌਪਈ। ਸੋ ਲੈ ਕਰ ਨਿਜ ਨਿਕਟ ਰਖਾਏ, ਸੋ ਸਰੂਪ ਸਤ ਗੁਰ ਪਲਟਾਏ। ਪਹਿਰੇ ਭੂਖਨ ਵਸਤਰ ਵਿਸਾਲ, ਸਭਾ ਆਏ ਤਿਸ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੀ ਸੰਗ ਹਰਿ ਜਪੇ, ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ, ਭਗਤ ਬਛਲ ਅਨਾਥ ਨਾਥ ਜਗਤ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ, ਸਮਾਂ, ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਸਾਹਿਬੇ ਕਮਾਲ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਹਜ਼ਾਰਾਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਆਉਂਦੀਆਂ ਹਨ। ਬੇਅੰਤ ਵੱਡੇ ਜੋੜ ਮੇਲ ਹੁੰਦੇ ਨੇ। ਵੱਖੋ ਵੱਖਰਿਆਂ ਨਗਰਾਂ ਤੋਂ, ਸ਼ਹਿਰਾਂ ਤੋਂ ਆਈਆਂ ਹੋਈਆਂ ਸੰਗਤਾਂ ਲੰਗਰ ਵੀ ਲਾਉਂਦੀਆਂ। ਸਤਿਗੁਰਾਂ ਦੇ ਪਾਸ ਵਿਚਾਰ ਚੱਲੀ, ਮਹਾਰਾਜ ਫਲਾਣੇ ਸ਼ਹਿਰ ਵਾਲਿਆਂ ਨੇ, ਫਲਾਣੇ ਪਿੰਡ ਵਾਲਿਆਂ ਨੇ ਬੜੇ ਲੰਗਰ ਲਾਏ ਹੋਏ ਨੇ। ਬੇਅੰਤ ਸੰਗਤਾਂ ਆ ਕੇ ਲੰਗਰ ਛਕਦੀਆਂ ਹਨ। ਕਲਗੀਧਰ ਜੀ ਨੇ ਆਖਿਆ, ਵਾਹ ਹੈ, ਗੁਰੂ ਕੇ ਲੰਗਰ ਲਾਉਣੇ ਅਤੀ ਉੱਤਮ ਤੇ ਸ਼ਲਾਘਾਯੋਗ ਕਾਰਜ ਹੈ। ਅਗਲੇ ਦਿਨ ਗੁਰਦੇਵ ਨੇ ਭੇਸ ਵਟਾਇਆ ਤਾਂ ਜੋ ਸਿੱਖਾਂ ਨੂੰ ਨਾ ਪਤਾ ਲੱਗੇ ਕਿ ਗੁਰੂ ਜੀ ਹਨ। ਐਸਾ ਸਰੂਪ ਬਣਾ ਕੇ, ਭੇਸ ਵਟਾ ਕੇ ਜਿੰਨੇ ਲੰਗਰ ਲੱਗੇ ਨੇ ਸਾਰਿਆਂ ਵਿੱਚ ਜਾ ਕੇ ਕਹਿੰਦੇ, ਭਾਈ ਲੰਗਰ ਛਕਾਓ। ਕਿਸੇ ਨੇ ਆਖਿਆ, ਬਾਬਾ ਅੱਗੇ ਚਲਾ ਜਾ, ਹਾਲੇ ਲੰਗਰ ਤਿਆਰ ਨਹੀਂ ਹੋਇਆ। ਕਿਸੇ ਆਖਿਆ, ਹਾਲੇ ਭੋਗ ਲੱਗਣਾ, ਆਨੰਦ ਸਾਹਿਬ ਦਾ ਪਾਠ ਕਰਨਾ। ਕਿਸੇ ਆਖਿਆ, ਹਾਲੇ ਟਾਈਮ ਲੱਗੇਗਾ, ਬਹਿ ਜਾ। ਚਲਦਿਆਂ ਚਲਦਿਆਂ ਕਲਗੀਧਰ ਜੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਕੋਲ ਆਏ, ਜਿੱਥੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲੰਗਰ ਲਾਇਆ ਹੋਇਆ ਸੀ। ਭਾਈ ਸਾਹਿਬ ਨੇ ਪਹਿਲਾਂ ਵੇਖਦਿਆਂ ਕਿ ਕੋਈ ਗੁਰੂ ਕਾ ਸਿੱਖ ਹੈ, ਬੜੇ ਅਦਬ ਨਾਲ ਆ ਕੇ ਨਮਸਕਾਰ ਕੀਤੀ, ਸੇਵਾ ਪੁੱਛੀ, ਹੁਕਮ ਕਰੋ। ਕਲਗੀਧਰ ਜੀ ਨੇ ਆਖਿਆ ਕਿ ਭਾਈ ਭੁੱਖ ਲੱਗੀ ਆ, ਪ੍ਰਸ਼ਾਦਾ ਚਾਹੀਦਾ। ਭਾਈ ਸਾਹਿਬ ਉਸੇ ਵੇਲੇ ਗਏ। ਦਾਲ ਭੇਈ ਹੋਈ ਸੀ, ਹਾਲੇ ਬਣਾਉਣੀ ਸੀ, ਆਟਾ ਗੁੰਨਿਆ ਹੋਇਆ ਉਸੇ ਤਰ੍ਹਾਂ ਹੀ ਲੈ ਕੇ ਨਾਲ ਲੂਣ, ਹਲਦੀ, ਘਿਓ ਆਦਿਕ ਸਤਿਗੁਰਾਂ ਕੋਲ ਰੱਖ ਦਿੱਤਾ। ਕਹਿਣ ਲੱਗੇ, ਗੁਰੂ ਕੈ ਸਿੱਖਾ, ਇਸ ਵੇਲੇ ਇੰਨਾ ਕੁ ਤਿਆਰ ਹੈ, ਜੇ ਤੁਹਾਡੇ ਕੋਲ ਬੈਠਣ ਦਾ ਸਮਾਂ ਹੈ ਤਾਂ ਮੈਂ ਇਹਦੇ ਪ੍ਰਸ਼ਾਦੇ ਲਾ ਕੇ ਤੇ ਸਬਜ਼ੀ ਭਾਜੀ ਦਾਲ ਬਣਾ ਕੇ ਤੁਹਾਨੂੰ ਛਕਾ ਦੇਣਾ। ਕਲਗੀਧਰ ਜੀ ਨੇ ਉਹ ਜਿਹੜਾ ਕੱਚਾ ਸਿੱਧਾ ਵੀ ਨਹੀਂ ਸੀ, ਉਹ ਅੱਧ ਪਚੱਧਾ ਹੀ ਸੀ ਨਾ, ਦਾਲ ਭਿੱਜੀ ਹੋਈ ਤੇ ਆਟਾ ਗੁੰਨਿਆ ਹੋਇਆ, ਨਾਲ ਜਿਹੜਾ ਉਹ ਘਿਓ ਵਗੈਰਾ ਸੀ ਉਸੇ ਤਰ੍ਹਾਂ ਹੀ ਲੈ ਕੇ ਕਲਗੀਧਰ ਜੀ ਚਲੇ ਗਏ। ਭਾਈ ਨੰਦ ਲਾਲ ਸਾਹਿਬ ਨੂੰ ਨਹੀਂ ਪਤਾ ਕਿ ਕਲਗੀਧਰ ਜੀ ਸਨ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਵਾਪਸ ਆ ਗਏ, ਆਪਣੇ ਮਹਿਲਾਂ 'ਚ ਦਰਬਾਰ ਸਜਾਇਆ, ਸੰਗਤ ਨੂੰ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਬਾਜਾਂ ਵਾਲੇ ਚੋਜੀ ਪ੍ਰੀਤਮ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ।
ਸਾਹਿਬਾਂ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੋਲੇ ਕਰ ਨਿਜ ਨਿਕਟ ਰਖਾਏ। ਕਲਗੀਧਰ ਜੀ ਨੇ ਜਿਹੜਾ ਉਹ ਸਿੱਧਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਦਿੱਤਾ, ਉਹ ਲੈ ਕੇ ਮਹਾਰਾਜ ਜੀ ਨੇ ਆਪਣੇ ਕੋਲ ਰੱਖ ਲਿਆ। ਸੋ ਸਰੂਪ ਸਤ ਗੁਰ ਪਲਟਾਏ। ਆਪਣੇ ਮਹਿਲ ਵਿੱਚ ਆਏ, ਆਪਣਾ ਜਿਹੜਾ ਸਰੂਪ ਮਹਾਰਾਜ ਜੀ ਨੇ ਬਦਲਿਆ ਹੋਇਆ ਸੀ ਆਪਣੇ ਨਿਜ ਸਰੂਪ ਵਿੱਚ ਆ ਗਏ, ਜੋ ਸਾਹਿਬ ਕਲਗੀਧਰ ਦਾ ਨਿਜ ਰੂਪ ਹੈ। ਪਹਿਰੇ ਪੂਖਨ ਬਸਤਰ ਵਿਸਾਲ। ਕਿਉਂਕਿ ਭੇਸ ਬਦਲ ਕੇ ਸਤਿਗੁਰੂ ਜੀ ਗਏ ਸਨ, ਉਹ ਭੇਸ ਲਾ ਕੇ ਗੁਰਦੇਵ ਨੇ ਸੋਹਣੀ ਜਗ੍ਹਾ ਕਲਗੀ ਆਪਣੇ ਸੀਸ ਤੇ ਸਜਾਈ, ਦਸਤਾਰਾ ਸਜਾਇਆ, ਸਰੀਰ ਦੇ ਉੱਤੇ ਬਸਤਰ ਸ਼ਸਤਰ ਤੇ ਗਹਿਣੇ ਧਾਰਨ ਕੀਤੇ ਹਨ। ਸਭਾ ਆਨ ਬੈਠੇ ਤਿਸ ਕਾਲ। ਔਰ ਆਪਣੀ ਸਭਾ ਵਿੱਚ ਆਪਣੀ ਮਜਲਿਸ ਜਿੱਥੇ ਸਾਹਿਬ ਦਾ ਦੀਵਾਨ ਸਜਦਾ ਹੈ ਉੱਥੇ ਚੱਲ ਕੇ ਆਏ ਸਾਹਿਬ ਜੀ ਬੈਠੇ ਹਨ। ਪੁਨ ਚਰਚਾ ਵਿੱਚ ਸਭਾ ਚਲਾਈ। ਬੇਅੰਤ ਮਾਈ ਭਾਈ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਦਰਬਾਰ ਵਿੱਚ ਸੀ। ਜਿਨ੍ਹਾਂ ਜਿਨ੍ਹਾਂ ਨੇ ਲੰਗਰ ਲਾਏ ਹੋਏ ਨੇ ਉਹ ਵੀ ਸਨ, ਜਿਨ੍ਹਾਂ ਕੋਲੋਂ ਸਤਿਗੁਰੂ ਜੀ ਸੁਬਾਹ ਲੰਗਰ ਮੰਗਣ ਵਾਸਤੇ ਗਏ ਸਨ, ਭੋਜਨ ਛਕਣ ਲਈ ਗਏ ਸਨ, ਉਹ ਸਾਰੇ ਆਏ ਹੋਏ। ਤੋ ਗੁਰਦੇਵ ਨੇ ਉਸ ਵੇਲੇ ਜੋ ਲੰਗਰਾਂ ਦੀ ਮਰਿਆਦਾ ਹੈ ਉਹਦੇ ਤੇ ਗੱਲ ਸ਼ੁਰੂ ਕੀਤੀ। ਆਪੇ ਆਪਣੀ ਦੇਗ ਬਤਾਈ। ਸਾਰਿਆਂ ਨੇ ਦੱਸਿਆ ਆਪੋ ਆਪਣੀ ਦੇਗ ਬਾਰੇ, ਆਪੋ ਆਪਣੇ ਲੰਗਰਾਂ ਬਾਰੇ ਕਿ ਅਸੀਂ ਕਿਸ ਤਰ੍ਹਾਂ ਦਾ ਲੋਹ ਲੰਗਰ ਤਪਾਇਆ, ਕਿਵੇਂ ਲੰਗਰ ਲਾਇਆ ਹੋਇਆ ਹੈ। ਇਤੋ ਅੰਨ ਲੰਗਰ ਹੋਏ ਤਿਆਰ। ਸਾਰੇ ਦੱਸ ਰਹੇ ਨੇ। ਕੋਈ ਕਹਿੰਦਾ ਜੀ ਸਾਡੇ 2 ਬੋਰੀਆਂ ਆਟੇ ਦੀਆਂ ਪੱਕਦੀਆਂ ਨੇ, ਕੋਈ ਕਹਿੰਦਾ ਜੀ ਸਾਡੇ 4 ਬੋਰੀਆਂ ਪੱਕਦੀਆਂ ਨੇ, ਕੋਈ ਕਹਿੰਦਾ ਸਾਡੇ ਜਿੱਥੇ 4 ਬੋਰੀਆਂ ਆਟੇ ਦੀਆਂ ਪੱਕਦੀਆਂ ਨੇ ਉੱਥੇ ਨਾਲ ਇੰਨੇ ਮਣ ਚੌਲ ਵੀ ਲੱਗ ਜਾਂਦੇ ਐ। ਤੋ ਇਸ ਪ੍ਰਕਾਰ ਨਾਲ ਸਾਰੇ ਆਪੋ ਆਪਣੇ ਲੰਗਰਾਂ ਬਾਰੇ ਦੱਸ ਰਹੇ ਨੇ, ਕਿੰਨਾ ਕਿੰਨਾ ਲੰਗਰ ਪੱਕਦਾ ਹੈ, ਕਿੰਨਾ ਲੰਗਰ ਤਿਆਰ ਹੁੰਦਾ ਹੈ, ਕਿੰਨੇ ਲੋਕ ਛਕ ਕੇ ਜਾਂਦੇ ਨੇ, ਉਹ ਸਾਰਾ ਦੱਸ ਰਹੇ ਹਨ। ਸਿੱਖ ਸੰਗਤ ਸਭ ਕਰੇ ਆਹਾਰ। ਦੱਸਦੇ ਨੇ ਕਿ ਸਾਡੇ ਲੰਗਰ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਆ ਕੇ ਭੋਜਨ ਛਕਦੀਆਂ ਹਨ। ਸੁਨ ਕਲਗੀਧਰ ਸਭ ਬਿਦਤਾਈ। ਸਾਰਿਆਂ ਕੋਲੋਂ ਮਹਾਰਾਜ ਜੀ ਸੁਣੀ ਗਏ। ਜਿੰਨੇ ਉਹ ਬੈਠੇ ਦੱਸਦੇ ਸੀ ਨਾ ਵੀ ਅਸੀਂ ਲੰਗਰ ਲਾਇਆ, ਸਾਡੇ ਲੰਗਰ 'ਚ ਇੰਨੇ ਲੋਕ ਛਕ ਗਏ, ਦੂਜਾ ਕਹਿੰਦਾ ਇੰਨੇ, ਕਿਸੇ ਆਖਿਆ ਜੀ ਅਸੀਂ ਖੀਰ ਬਣਾਈ, ਕਹਿੰਦੇ ਤੁਸੀਂ ਇਕੱਲੀ ਖੀਰ ਬਣਾਈ, ਅਸੀਂ ਤੇ ਨਾਲ ਪੂੜੀਆਂ ਵੀ ਬਣਾਈਆਂ ਹੋਈਆਂ ਸੀ। ਤੀਜੇ ਕਹਿਣ ਲੱਗੇ ਤੁਸੀਂ ਇਕੱਲੀਆਂ ਪੂੜੀਆਂ ਬਣਾਈਆਂ ਸੀ, ਅਸੀਂ ਤਾਂ ਨਾਲ ਪੂੜੇ ਕੱਢੇ ਸੀ, ਹੋਰ ਬਹੁਤ ਸਾਰੇ ਪਕਵਾਨ ਬਣਾਏ ਸੀ। ਕਲਗੀਧਰ ਜੀ ਸੁਣਦੇ ਰਹੇ। ਜਦੋਂ ਸਾਰੇ ਬੋਲ ਹਟੇ ਤੇ ਫਿਰ ਬਾਜਾਂ ਵਾਲੇ ਸਵਾਮੀ ਬੋਲੇ, ਵਿਚਰੇ ਹਮ ਡੇਰਨ ਸਮੁਦਾਈ। ਕਹਿੰਦੇ ਤੁਸੀਂ ਕਹਿੰਦੇ ਹੋ ਅਸੀਂ ਇੰਨਿਆਂ ਨੂੰ ਲੰਗਰ ਛਕਾਇਆ, ਇੰਨਿਆਂ ਨੂੰ ਛਕਾਇਆ, ਅਸੀਂ ਤਾਂ ਤੁਹਾਡੇ ਸਾਰੇ ਡੇਰਿਆਂ ਦੇ ਵਿੱਚੋਂ ਸਵੇਰੇ ਮੰਗਦੇ ਰਹੇ ਹਾਂ ਵੀ ਸਾਨੂੰ ਪ੍ਰਸ਼ਾਦਾ ਦਿਓ, ਛਕਾਓ। ਵੀ ਮੈਨੂੰ ਇਕੱਲੇ ਨੂੰ ਤਾਂ ਤੁਸੀਂ ਛਕਾ ਨਹੀਂ ਸਕੇ, ਹੋਰ ਸੈਂਕੜਿਆਂ ਨੂੰ ਕਿਹਨਾਂ ਨੂੰ ਛਕਾਉਂਦੇ ਰਹੇ ਹੋ? ਕਲਗੀਧਰ ਪੁੱਛਦੇ, ਕਹਿੰਦੇ ਮੈਂ ਤੁਹਾਡੇ ਸਾਰੇ ਡੇਰਿਆਂ ਦੇ ਉੱਤੇ ਸੁਬਾਹ ਫਿਰ ਕੇ ਲੰਗਰ ਮੰਗਦਾ ਰਿਹਾ। ਕਿਨਹੂ ਕਹਿਓ ਕੁਛ ਦੇਰ ਸੁਣਾਵੇ। ਜਿਹੜੇ ਡੇਰੇ ਤੇ ਮੈਂ ਜਾ ਕੇ ਲੰਗਰ ਮੰਗਦਾ ਸੀ ਅੱਗੋਂ ਕਹਿੰਦੇ ਸੀ ਜੀ ਹਾਲੇ ਟਾਈਮ ਲੱਗੇਗਾ ਬਾਬਾ, ਅੱਗੇ ਟੁਰ ਜਾ। ਏਦਾਂ ਕਹਿ ਕੇ ਮੈਨੂੰ ਟੋਰਦੇ ਰਹੇ ਹਨ। ਅੰਨ ਸਿੱਧ ਨੇ ਅੰਨ ਤੈਂ ਲਿਆਵੇਂ। ਕਿਸੇ ਨੇ ਆਖਿਆ ਜੀ ਸਾਡਾ ਹਾਲੇ ਅੰਨ ਸਿੱਧ ਨਹੀਂ ਹੋਇਆ, ਦਾਲ ਰੱਖੀ ਹੋਈ ਹੈ, ਹਾਲੇ ਉਹਨੇ ਬਣਨ ਦੇ ਵਿੱਚ ਸਮਾਂ ਲਾਉਣਾ ਹੈ। ਸਭ ਸਿੱਖਨ ਕੇ ਛੁਦਾ ਜਨਾਈ। ਔਰ ਮੈਂ ਹਰ ਇੱਕ ਦੇ ਕੋਲ ਜਾ ਕੇ ਜਿੰਨੇ ਡੇਰੇ ਲੱਗੇ ਨੇ ਲੰਗਰਾਂ ਦੇ ਸਾਰਿਆਂ ਨੂੰ ਦੱਸਿਆ ਮੈਨੂੰ ਭੁੱਖ ਲੱਗੀ ਹੈ ਭਾਈ, ਬਹੁਤ ਜ਼ਿਆਦਾ ਡਾਢੀ ਭੁੱਖ ਲੱਗੀ ਹੈ,
ਇੱਥੋਂ ਤੱਕ ਮੈਂ ਕਿਹਾ, ਪਰ ਕਿਸੇ ਨੇ ਮੇਰੀ ਭੁੱਖ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ। ਕਿਸ ਕੇ ਬੈਠ ਨ ਕੁਛ ਮੁਖ ਪਾਈ। ਕਿਸੇ ਵੀ ਡੇਰੇ ਤੇ ਬਹਿ ਕੇ ਮੈਨੂੰ ਮੁਖ ਦੇ ਵਿੱਚ ਪਾਉਣ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਪੁਨ ਹਮ ਨੰਦ ਲਾਲ ਕੇ ਗਏ। ਤੁਹਾਡੇ ਸਾਰੇ ਲੰਗਰਾਂ ਵਿੱਚੋਂ ਜਦੋਂ ਸਾਨੂੰ ਕਿਤੋਂ ਵੀ ਮੂੰਹ ਚ ਪਾਣ ਨੂੰ ਲੰਗਰ ਨਹੀਂ ਮਿਲਿਆ, ਜਵਾਬ ਹੀ ਮਿਲਦੇ ਰਹੇ, ਫਿਰ ਅਸੀਂ ਚੱਲ ਕੇ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਆਏ। ਛੋਦਾ ਵਿਸਾਲ ਜਨਾਵਤ ਪਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਅਸੀਂ ਦੱਸਿਆ, ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਆਪਣੀ ਬਹੁਤੀ ਲੱਗੀ ਭੁੱਖ ਦਾ ਜ਼ਿਕਰ ਭਾਈ ਨੰਦ ਲਾਲ ਜੀ ਕੋਲ ਕੀਤਾ। ਸੁਨਤ ਪ੍ਰੇਮ ਕਰ ਲੰਗਰ ਗਇਓ। ਭਾਈ ਸਾਹਿਬ ਨੰਦ ਲਾਲ ਜੀ ਨੇ ਸੁਣਦਿਆਂ ਸਾਰ ਆਪਣੇ ਲੰਗਰ ਵਿੱਚ ਗਏ। ਤੈਂ ਤੇ ਆਨ ਦੇਤ ਏ ਭਇਓ। ਉੱਥੋਂ ਮਹਾਰਾਜ ਜੀ ਨੂੰ ਸਿੱਧਾ ਜਿਹੜਾ ਦਿੱਤਾ ਸੀ ਨਾ ਭਾਈ ਨੰਦ ਲਾਲ ਜੀ ਨੇ, ਉੱਦਾਂ ਹੀ ਰੱਖਿਆ ਹੋਇਆ, ਭਿੱਜੀ ਦਾਲ ਤੇ ਗੁੰਨਿਆ ਆਟਾ ਤੇ ਨਾਲ ਘਿਓ ਤੇ ਹੋਰ ਜਿਹੜੇ ਮਸਾਲੇ ਵਗੈਰਾ ਪੈਂਦੇ ਆ ਦਾਲਾਂ ਵਿੱਚ, ਉਹ ਮਹਾਰਾਜ ਜੀ ਨੇ ਵਿਖਾਏ। ਕਹਿੰਦੇ ਆ ਵੇਖੋ ਭਾਈ ਨੰਦ ਲਾਲ ਕੋਲ ਆ ਹਾਜ਼ਰ ਸੀ, ਜਿੰਨਾ ਕੁ ਉਦੋਂ ਬਣਿਆ ਉਹਨਾਂ ਨੇ ਉੱਦਾਂ ਹੀ ਸਾਨੂੰ ਦੇ ਦਿੱਤਾ। ਪਾਤਸ਼ਾਹ ਕਹਿੰਦੇ ਆ ਹੁੰਦੀ ਹੈ ਲੰਗਰ ਦੀ ਮਰਿਆਦਾ, ਕਿ ਭੁੱਖ ਦੇ ਨਾਲ ਕੋਈ ਬੰਦਾ ਤੁਹਾਡੇ ਕੋਲ ਆ ਕੇ ਤੜਫਦਾ ਹੋਵੇ ਤੇ ਤੁਸੀਂ ਉਹਨੂੰ ਲਾਰੇ ਲਾਈ ਜੋ ਕੋਈ ਨਹੀਂ, ਠਹਿਰ ਕੇ ਆਈ, ਹਾਲੇ ਪੱਕਿਆ ਨਹੀਂ ਲੰਗਰ। ਹੌਸਲਾ ਦੇ ਕੇ ਬਿਠਾਣਾ ਤਾਂ ਚਾਹੀਦਾ। ਤੁਹਾਡੇ ਵਿੱਚੋਂ ਤਾਂ ਕਿਸੇ ਨੇ ਬਿਠਾਉਣ ਵਾਸਤੇ ਵੀ ਨਹੀਂ ਕਿਹਾ ਵੀ ਹਾਂ ਜੀ ਕੋਈ ਨਹੀਂ ਬੈਠੋ ਜੀ, ਹੁਣੇ ਅਸੀਂ ਤਿਆਰ ਕਰਦੇ ਹਾਂ। ਕਿਸੇ ਨੇ ਹੌਸਲਾ ਤੱਕ ਨਹੀਂ ਦਿੱਤਾ। ਤੇ ਜਿਹਨੂੰ ਡਾਢੀ ਭੁੱਖ ਲੱਗੀ ਹੋਵੇ ਉਹ ਕੀ ਕਰੇ? ਜਿਹਦੀਆਂ ਅੰਦਰੋਂ ਆਂਦਰਾਂ ਭੁੱਖ ਨਾਲ ਲੂੰਦੀਆਂ ਹੋਣ, ਤੁਸੀਂ ਕਹੋ ਹਾਲੇ ਜੀ ਅਸੀਂ ਤਾਂ ਭੋਗ ਲਾਉਣਾ, ਜਾਂ ਹਾਲੇ ਜੀ ਸੰਗਤ ਆਉਣੀ ਆ, ਸਾਰੀ ਸੰਗਤ ਆਏਗੀ ਫਿਰ ਛਕਾਵਾਂਗੇ, ਤੈਨੂੰ ਇਕੱਲੇ ਨੂੰ ਕਿਵੇਂ ਦੇ ਦਈਏ? ਮਹਾਰਾਜ ਜੀ ਕਹਿੰਦੇ ਮਰਿਆਦਾ ਨਹੀਂ ਭਾਈ ਲੰਗਰ ਦੀ। ਲੰਗਰ ਛਕਣਾ ਤਕਰੀਬਨ ਉਹੀ ਆਉਂਦਾ ਜਿਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ। ਤੇ ਉਹ ਜਦੋਂ ਪਹੁੰਚੇ ਉੱਥੇ ਆਸ ਰੱਖ ਕੇ ਆਵੇ ਗੁਰੂ ਨਾਨਕ ਦੇ ਲੰਗਰ ਵਿੱਚ, ਤੇ ਉਹਨੂੰ ਅੱਗੋਂ ਲੰਗਰ ਨਾ ਮਿਲੇ, ਦੱਸੋ ਫਿਰ ਦੇਣਦਾਰ ਕੌਣ ਹੈ? ਕਹਿੰਦੇ ਆ ਵੇਖੋ ਭਾਈ ਨੰਦ ਲਾਲ ਕੋਲ ਜੋ ਹਾਜ਼ਰ ਸੀ ਉਹਨੇ ਲਿਆ ਕੇ ਉਸੇ ਵੇਲੇ ਸਾਹਮਣੇ ਰੱਖ ਦਿੱਤਾ, ਜਿੱਦਾਂ ਦਾ ਸੀ ਉਦਾਂ ਹੀ ਦੇ ਦਿੱਤਾ। ਆ ਵੇਖੋ ਤੁਹਾਡੇ ਸਾਹਮਣੇ ਹੈ। ਸਭ ਸਿੱਖਨ ਕੋ ਸੋ ਦਿਖਲਾਇਓ। ਮਹਾਰਾਜ ਜੀ ਨੇ ਉਹ ਗੁੰਨਿਆ ਆਟਾ, ਭਿੱਜੀ ਦਾਲ, ਘਿਓ ਤੇ ਨਾਲ ਹਲਦੀ, ਜੋ ਹੋਰ ਜੋ ਮਸਾਲੇ ਸਨ, ਉਹ ਸਾਰੀ ਸੰਗਤ ਨੂੰ ਵਿਖਾਏ। ਇਹ ਜੋ ਅੰਨ ਜਾਚ ਕਰ ਲਿਆਇਓ। ਕਹਿੰਦੇ ਆ ਜਿਹੜਾ ਅੰਨ ਅਸੀਂ ਮੰਗ ਕੇ ਲੈ ਕੇ ਆਏ ਆ ਭਾਈ ਨੰਦ ਲਾਲ ਜੀ ਕੋਲੋਂ। ਨੰਦ ਲਾਲ ਪਾ ਹਮਰੋ ਦਾਤਾ। ਕਹਿੰਦੇ ਸਿੱਖੋ ਵੇਖੋ ਤੁਹਾਡੇ ਚੋਂ ਕੋਈ ਸਾਡਾ ਦਾਤਾ ਨਹੀਂ ਬਣ ਸਕਿਆ, ਭਾਈ ਨੰਦ ਲਾਲ ਸਾਡਾ ਦਾਤਾ ਬਣਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਦੱਸ ਰਹੇ ਨੇ ਕਿ ਪਤਾ ਨਹੀਂ ਕਿਹੜੇ ਸਿੱਖ ਦੇ ਵਿੱਚ ਗੁਰੂ ਵਰਤ ਕੇ ਆਵੇ ਮੰਗਣ, ਪਤਾ ਨਹੀਂ ਕਿਸ ਸਿੱਖ 'ਚ ਵਰਤ ਕੇ ਆਵੇ। ਵੇਖੋ ਨੰਦ ਲਾਲ ਸਾਡਾ ਦਾਤਾ ਬਣਿਆ, ਕਿੱਡਾ ਮਾਣ ਭਾਈ ਨੰਦ ਲਾਲ ਜੀ ਨੂੰ ਬਖਸ਼ਿਆ, ਕਿੱਡਾ ਵੱਡਾ ਰੁਤਬਾ ਮਹਾਰਾਜ ਜੀ। ਸਾਰੇ ਜਗਤ ਦੇ ਦਾਤੇ ਕਲਗੀਧਰ ਕਹਿੰਦੇ ਨੰਦ ਲਾਲ ਸਾਡਾ ਦਾਤਾ ਬਣ ਗਿਆ, ਜਿਹਨੇ ਸਾਨੂੰ ਇਹ ਖਾਣ ਨੂੰ, ਇਹ ਜੋ ਜਿੱਦਾਂ ਦਾ ਸਿੱਧਾ ਸੀ ਦੇ ਦਿੱਤਾ। ਇਹ ਅਵਸਰ ਕਿਸੇ ਹੋਰ ਨੂੰ ਵੀ ਮਿਲ ਸਕਦਾ ਸੀ ਜੇ ਭਾਈ ਨੰਦ ਲਾਲ ਵਰਗੀ ਬਿਰਤੀ ਹੁੰਦੀ। ਏਡਾ ਵੱਡਾ ਮਾਣ ਕਿਸੇ ਹੋਰ ਨੂੰ ਵੀ ਮਿਲ ਸਕਦਾ ਸੀ ਜੇ ਭਾਈ ਨੰਦ ਲਾਲ ਜੀ ਵਾਂਗੂ ਸਭ ਨੇ ਲੰਗਰ ਲਾਇਆ ਹੁੰਦਾ, ਤੇ ਮਾਣ ਸਭ ਨੂੰ ਪ੍ਰਾਪਤ ਹੁੰਦਾ। ਗੁਰੂ ਖਾਲਸਾ ਜੀ, ਲੰਗਰ ਦੀ ਵੀ ਇੱਕ ਮਰਿਆਦਾ ਹੈ, ਇੱਕ ਪਰੰਪਰਾ ਹੈ। ਉਸ ਮਰਿਆਦਾ ਦਾ ਪਾਲਣ ਗੁਰਸਿੱਖਾਂ ਨੂੰ ਕਰਦੇ ਰਹਿਣਾ ਚਾਹੀਦਾ। ਆਏ ਹੋਏ ਕਿਸੇ ਵੀ ਗੁਰਸਿੱਖ ਨੂੰ ਉਸ ਲੰਗਰ ਦੇ ਵਿੱਚੋਂ ਛਿਚਕਾਰਨਾ ਨਹੀਂ ਚਾਹੀਦਾ। ਵੇਖਦੇ ਰਹੇ ਹਾਂ ਬਹੁਤ ਸਾਰਿਆਂ ਸਥਾਨਾਂ ਤੇ ਬਚਪਨ ਦੇ ਵਿੱਚ ਵੀ, ਕੁਝ ਡੇਰਿਆਂ ਦੇ ਉੱਤੇ, ਕੁਝ ਸਥਾਨਾਂ ਦੇ ਉੱਤੇ, ਜਿੱਥੇ ਲੰਗਰ ਛਕਦਿਆਂ ਦੇ ਅੱਗੋਂ ਥਾਲਾਂ ਤੱਕ ਵੀ ਚੁੱਕ ਲੈਂਦੇ ਸਨ ਕਿ ਤੂੰ ਰੋਜ਼ ਹੀ ਆ ਜਾਣਾ ਲੰਗਰ ਛਕਣ, ਤੇਰਾ ਰੋਜ਼ ਦਾ ਹੀ ਇਹ ਕੰਮ ਹੋ ਗਿਆ। ਐਸਾ ਨਹੀਂ, ਉਹ ਜਿਸ ਨੇ ਆਉਣਾ ਛਕਣ ਭਾਈ, ਲੋੜਵੰਦ ਨੇ ਹੀ ਆਉਣਾ।
ਉਹ ਪੱਲੇ ਬੰਨ੍ਹ ਕੇ ਤਾਂ ਨਹੀਂ ਨਾ ਲੈ ਕੇ ਚੱਲਿਆ, ਢਿੱਡ 'ਚ ਹੀ ਪਾ ਕੇ ਜਾਏਗਾ ਨਾ। ਤੋ ਇਸ ਕਰਕੇ ਅੱਜ ਕੱਲ੍ਹ ਜੋ ਸਮਾਂ ਵਰਤਾਰਾ ਵਰਤ ਰਿਹਾ, ਲੰਗਰ ਦਾ ਜਿਹੜਾ ਸਵਰੂਪ ਹੈ ਉਹਦੇ 'ਚ ਸਮਰਪਣ ਦਾ ਭਾਵ ਨਹੀਂ ਰਿਹਾ। ਲੰਗਰ ਲਾਉਣ ਵਾਲੇ ਜਾਂ ਛਕਾਉਣ ਵਾਲੇ ਦੇ ਅੰਦਰ ਗੁਰਸਿੱਖਾਂ ਪ੍ਰਤੀ, ਜਿਨ੍ਹਾਂ ਨੂੰ ਛਕਾਇਆ ਜਾ ਰਿਹਾ, ਉਹਨਾਂ ਪ੍ਰਤੀ ਸਮਰਪਣ ਭਾਵ ਹੋਣਾ ਚਾਹੀਦਾ। ਐਸਾ ਨਹੀਂ ਕਿ ਡਾਂਗ ਫੜ ਕੇ ਬੈਠੇ ਹੋਵੋ ਲੰਗਰ ਦੇ ਦਰਵਾਜ਼ੇ ਤੇ, ਕਿਸੇ ਗਰੀਬ ਨੂੰ ਉਸ ਲੰਗਰ ਵਿੱਚ ਵੜਨ ਤੋਂ ਪਹਿਲਾਂ ਹੀ ਡਾਂਗ ਨਾਲ ਮਾਰ ਕੇ ਭਜਾ ਦਿਓ। ਸੋ ਐਸਾ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਦੇ ਲੰਗਰ ਨੇ ਭਾਈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕੌਣ ਆ ਕੇ ਗੁਰੂ ਕੇ ਲੰਗਰ ਦੇ ਵਿੱਚ ਭੋਜਨ ਛਕੇ। ਇਹ ਸਤਿਗੁਰੂ ਜੀ ਨੇ ਆਪ ਸਾਨੂੰ ਪ੍ਰੈਕਟੀਕਲ ਕਰਕੇ ਸਮਝਾਇਆ ਹੈ। ਪਤਾ ਨਹੀਂ ਕਿਹਦੇ 'ਚ ਗੁਰੂ ਵਰਤ ਰਿਹਾ, ਕਿਹਦੇ 'ਚ। ਅਸੀਂ ਬਾਹਰਲਾ ਕਈ ਵਾਰੀ ਸਰੂਪ ਵੇਖ ਕੇ ਭਰਮ ਜਾਂਦੇ ਹਾਂ, ਧੋਖਾ ਖਾ ਜਾਂਦੇ ਹਾਂ, ਪਰ ਕਿਆ ਜਾਣੀਏ ਅੰਦਰ ਉਹਦੇ ਕੀ ਵਰਤ ਰਿਹਾ, ਕਿੱਥੇ ਉਹ ਪਹੁੰਚਿਆ ਹੋਇਆ। ਜੇ ਤਉ ਪਿਰਿਆ ਮਿਲਣੇ ਦੀ ਸਿੱਖ ਹਿਆਉ ਨਾ ਕਾਹੇ ਕਹੀਦਾ, ਹਿਆਉ ਨਾ ਠਾਹੇ ਕਹੀਦਾ। ਇਸ ਕਰਕੇ ਇਹ ਬਿਰਤੀ ਹੋਣੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਸਾਡਾ ਦਾਤਾ ਬਣਿਆ, ਇਹਨੇ ਸਾਨੂੰ ਆ ਸਿੱਧਾ ਦਾਨ ਕੀਤਾ ਹੈ। ਭਗਤ ਪਾਓ ਸੰਤਨ ਮਨ ਰਾਤਾ। ਪ੍ਰੇਮਾ ਭਗਤੀ ਦੇ ਰੰਗ ਵਿੱਚ ਮਹਾਂਪੁਰਸ਼ਾਂ ਦਾ, ਸਾਧੂਆਂ ਦਾ ਮਨ ਰਤਿਆ, ਜਿਵੇਂ ਭਾਈ ਨੰਦ ਲਾਲ ਜੀ ਦਾ ਰਤਿਆ ਹੋਇਆ। ਛੁਦਤ ਨਾ ਦੇਖ ਸਕੇ ਚਿਰ ਪਾਰੋ। ਕਹਿੰਦੇ ਵੇਖੋ ਨੰਦ ਲਾਲ ਜੀ ਅੰਦਰ ਕਿੰਨੀ ਤੀਵਰਤਾ ਸੀ। ਜਦੋਂ ਅਸੀਂ ਆਖਿਆ ਸਾਨੂੰ ਭੁੱਖ ਲੱਗੀ ਆ, ਸਾਡੀ ਭੁੱਖ ਦੇ ਕੋਲੋਂ ਬਰਦਾਸ਼ਤ ਨਹੀਂ ਹੋਈ, ਜਿਹੋ ਜਿਹਾ ਕੱਚਾ ਪੱਕਾ ਸੀ ਉਦਾਂ ਹੀ ਲਿਆ ਕੇ ਰੱਖ ਦਿੱਤਾ ਸਾਡੇ ਕੋਲ। ਇਹ ਹੁੰਦੀ ਹੈ ਸੰਤ ਦੀ ਬਿਰਤੀ। ਸਾਡੀ ਭੁੱਖ ਭਾਈ ਨੰਦ ਲਾਲ ਕੋਲੋਂ ਬਰਦਾਸ਼ਤ ਨਹੀਂ ਹੋਈ, ਤੇ ਮਨ 'ਚ ਦਇਆ ਦਾ ਭਾਵ ਸੀ, ਤੇ ਜਿਹੋ ਜਿਹਾ ਸੀ ਗੁੰਨਿਆ ਆਟਾ, ਭਿੱਜੀ ਦਾਲ, ਉਹ ਲਿਆ ਕੇ ਸਾਡੇ ਅੱਗੇ ਰੱਖ ਦਿੱਤੀ। ਦੇਗ ਕਰਤ ਸੋਈ ਮਮ ਪਿਆਰੋ। ਮਹਾਰਾਜ ਕਹਿੰਦੇ ਜਿਹੜੇ ਏਦਾਂ ਦੀ ਬਿਰਤੀ ਰੱਖਦੇ ਆ ਭਾਈ, ਕਿਸੇ ਦੀ ਭੁੱਖ ਨੂੰ ਵੇਖ ਕੇ ਬਰਦਾਸ਼ਤ ਨਾ ਕਰ ਸਕਣ, ਛੁਦਾ ਤੁਰ ਨੂੰ ਵੇਖ ਕੇ ਬਰਦਾਸ਼ਤ ਨਾ ਕਰ ਸਕਣ, ਕਹਿੰਦੇ ਇਹੋ ਜਿਹੇ ਲਾਏ ਹੋਏ ਲੰਗਰ, ਜਿਹੜੇ ਉਹ ਲੰਗਰ ਛਕਾਉਂਦੇ ਆ, ਮਹਾਰਾਜ ਜੀ ਕਹਿੰਦੇ ਉਹੀ ਲੰਗਰ ਗੁਰੂ ਖਾਲਸਾ ਜੀ ਸਾਨੂੰ ਪ੍ਰਵਾਨ ਹੈ। ਤੁਹਾਡੇ ਸਾਰਿਆਂ ਲੰਗਰਾਂ ਵਿੱਚੋਂ ਮੈਨੂੰ ਭਾਈ ਨੰਦ ਲਾਲ ਦਾ ਲੰਗਰ ਪ੍ਰਵਾਨ ਹੋਇਆ। ਤੁਸੀਂ ਭਾਵੇਂ ਪੂੜੀਆਂ ਪੂੜੇ ਖੀਰ ਬਣਾਏ ਸਨ, ਪਰ ਕਿਸੇ ਦੇ ਮੁੱਖ 'ਚ ਤਾਂ ਨਹੀਂ ਪਏ ਜਦੋਂ ਲੋੜ ਸੀ, ਕਿਸੇ ਨੂੰ ਜ਼ਰੂਰਤ ਸੀ। ਭਾਈ ਨੰਦ ਲਾਲ ਨੇ ਭਾਵੇਂ ਦਾਲ ਰੋਟੀ ਬਣਾਈ, ਪਰ ਉਹ ਸਾਡੇ ਕੰਮ ਤਾਂ ਆਈ, ਉਹਨੇ ਦੇ ਤਾਂ ਦਿੱਤਾ ਜਿਹੋ ਜਿਹਾ ਸੀ। ਤੁਹਾਡੀਆਂ ਪੂੜੀਆਂ ਪੂੜੇ ਬਣੇ, ਖੀਰ ਬਣੀ, ਕਿਹੜੇ ਕੰਮ ਦੀ ਸੀ ਸਾਡੇ ਲਈ? ਇਹ ਸਾਨੂੰ ਮਿਲਿਆ ਨਹੀਂ, ਉੱਥੋਂ ਮੌਕੇ ਤੇ ਹਾਜ਼ਰ ਪ੍ਰਾਪਤ ਨਹੀਂ ਹੋਇਆ। ਇਸ ਕਰਕੇ ਭਾਈ ਨੰਦ ਲਾਲ ਜੀ ਵਾਂਗੂ ਜਿਹੜੇ ਗੁਰਮੁਖ ਲੰਗਰ ਲਾਉਂਦੇ ਹਨ, ਉਹ ਲੰਗਰ ਮੈਨੂੰ ਪਿਆਰਾ। ਦੇਗ ਕਰਤ ਸੋਈ ਮਮ ਪਿਆਰੋ। ਜਿਹੜਾ ਕਿਸੇ ਨੂੰ ਹੀ ਭੁੱਖ ਵੇਖ ਕੇ ਸਹਾਰ ਨਾ ਸਕੇ ਲੰਮਾ ਸਮਾਂ, ਉਹ ਜਿਹੜਾ ਜਦੋਂ ਦੇਗ ਦਿੰਦਾ ਉਹੀ ਮੇਰਾ ਪਿਆਰਾ ਹੈ। ਸਿੱਖ ਕੋ ਦੇਖੇ ਛੁਦਾ ਵਿਸਾਲਾ। ਜਦੋਂ ਲੰਗਰ ਲਾਇਆ ਹੋਵੇ, ਵੇਖੇ ਜੇ ਕੋਈ ਗੁਰਸਿੱਖ ਭਾਈ ਸਾਡਾ ਭੁੱਖਾ ਹੈ, ਉਹ ਕੜਾਕੇ ਵਿੱਚ ਆ, ਉਹਨੂੰ ਜ਼ਿਆਦਾ ਭੁੱਖ ਲੱਗੀ ਹੈ, ਤਿਸੇ ਬਤਾਵੇ ਨਹਿ ਚਿਰ ਕਾਲਾ। ਉਹਨੂੰ ਜੇ ਭੁੱਖ ਲੱਗੀ ਤੇ ਆ ਜੇ ਤੁਹਾਡੇ ਕੋਲ, ਤੇ ਉਹਨੂੰ ਇਹ ਨਾ ਆਖੇ ਹਾਲੇ ਟਾਈਮ ਲੱਗਣਾ, ਘੰਟਾ 2 ਘੰਟੇ ਲੱਗਣਗੇ, ਏਦਾਂ ਨਾ ਆਖੇ, ਏਦਾਂ ਨਾ ਕਹੇ ਵੀ ਲੰਮਾ ਸਮਾਂ, ਏਦਾਂ ਉਹਨੂੰ ਨਾ ਕਹੇ ਭਾਈ ਹਾਲੇ ਟਾਈਮ ਲੱਗਣਾ। ਇੱਕ ਤਾਂ ਵਿਚਾਰਾ ਪਹਿਲਾਂ ਭੁੱਖ ਨਾਲ ਉਹਦੀਆਂ ਆਂਦਰਾਂ ਲੂੰਦੀਆਂ ਹੋਣ, ਕੋਈ ਸ਼ੂਗਰ ਦਾ ਮਰੀਜ਼ ਹੋਵੇ, ਉਹਦੇ ਅੰਦਰ ਉੱਦਾਂ ਹੀ ਖੋਈ ਲੱਗਦੀ ਹੈ, ਇੱਕਦਮ ਜ਼ਿਆਦਾ ਭੁੱਖ ਲੱਗਦੀ, ਉਹਨੂੰ ਅੱਗੋਂ ਕਹਿ ਦਿਓ ਬਈ ਹਾਲੇ ਟਾਈਮ ਲੱਗਣਾ, ਉਹ ਕਿਵੇਂ ਬਰਦਾਸ਼ਤ ਕਰੇਗਾ? ਔਖਾ ਹੋ ਜਾਂਦਾ ਨਾ। ਉਹਨੂੰ ਇਹ ਨਾ ਕਹੇ ਟਾਈਮ ਲੱਗੇ, ਉਹਨੂੰ ਕਹੇ ਮਹਾਰਾਜ ਬਸ ਹੁਣੇ ਤਿਆਰ ਹੋ ਜਾਣਾ, ਬੈਠੋ। ਉਹਨਾਂ ਨੂੰ ਜਲ ਪਾਣੀ ਛਕਾਉਂਦੇ ਆ, ਕੋਈ ਜੇ ਸਮੁੰਦਰ ਹੈ, ਚਾਹ ਹੈ, ਥੋੜ੍ਹੀ ਬਹੁਤੀ ਉਹ ਛਕਾਉਂਦੇ ਆ, ਥੋੜ੍ਹਾ ਬਹੁਤਾ ਉਹਨੇ ਨੂੰ ਲੰਗਰ ਤਿਆਰ ਹੋ ਜਾਂਦਾ। ਲੰਗਰ ਨੂੰ ਕਿਹੜਾ ਸਮਾਂ ਲੱਗਦਾ? ਨੀਅਤ ਸਹੀ ਹੋਣੀ ਚਾਹੀਦੀ। ਨੀਅਤ ਇਹ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਸਿੱਖ ਆ ਕੇ ਲੰਗਰ ਮੰਗ ਰਿਹਾ, ਇਹਦੇ 'ਚ ਕਲਗੀਧਰ ਜੀ ਆਪ ਵਰਤ ਰਹੇ।
ਛਕਾਉਣ ਵਾਲੇ ਅੰਦਰ ਇਹ ਬਿਰਤੀ ਹੋਣੀ ਚਾਹੀਦੀ ਹੈ। ਛਕਣ ਵਾਲਾ ਸੰਤੋਖੀ ਹੋਵੇ, ਛਕਾਉਣ ਵਾਲਾ ਇਸ ਬਿਰਤੀ ਨਾਲ ਛਕਾਵੇ ਕਿ ਮੈਂ ਤਾਂ ਗੁਰੂ ਨੂੰ ਛਕਾ ਰਿਹਾ। ਹਾਂਜੀ, ਜਿਉ ਕਿਉ ਕਰ ਭੋਖਨ ਕੋ ਕਰੈ। ਕਹਿੰਦੇ ਉਹਨੂੰ ਜ਼ਿਆਦਾ ਸਮਾਂ ਨਾ ਦੱਸੇ। ਜੇ ਕਿਸੇ ਨੂੰ ਭੁੱਖ ਲੱਗੀ ਤੇ ਆ ਕੇ ਭੋਜਨ ਮੰਗੇ ਤੇ ਉਹਨੂੰ ਕੋਈ ਹਾਲੇ ਟਾਈਮ ਲੱਗੇਗਾ, ਸਮਾਂ ਲੱਗੇਗਾ। ਕਹਿੰਦੇ ਜਿਵੇਂ ਕਿਵੇਂ ਕਰਕੇ ਉਹਨੂੰ ਪੋਖਣ ਕਰੇ, ਉਹਨੂੰ ਹੌਸਲਾ ਦੇਵੇ। ਸੋ ਸਿੱਖ ਮੋਹੇ ਪ੍ਰਸੰਨਤਾ ਧਰੈ। ਜਿਹੜੇ ਇਸ ਤਰ੍ਹਾਂ ਲੰਗਰ ਛਕਾਉਂਦੇ ਆ ਉਹਨਾਂ ਸਿੱਖਾਂ ਦੇ ਉੱਤੇ ਮੇਰੀ ਪ੍ਰਸੰਨਤਾ ਹੈ, ਉਹਨਾਂ ਉੱਤੇ ਮੇਰੀ ਦਇਆ ਦ੍ਰਿਸ਼ਟੀ ਹੈ। ਅੰਨ ਦਾਨ ਸਮ ਨਾਇਨ ਅੰਨ। ਇਹ ਯਾਦ ਰੱਖਿਓ ਖਾਲਸਾ ਜੀ, ਦੁਨੀਆ ਵਿੱਚ ਅੰਨ ਦਾਨ ਵਰਗਾ ਦੁਨੀਆ 'ਚ ਹੋਰ ਕੋਈ ਦਾਨ ਨਹੀਂ ਹੈ। ਅੰਨ ਦਾਨ ਦੁਨੀਆ ਦੇ ਸਾਰੇ ਦਾਨਾਂ 'ਚੋਂ ਸਭ ਤੋਂ ਵੱਡਾ ਦਾਨ ਹੈ। ਜਦੋਂ ਕਿਸੇ ਭੁੱਖੇ ਨੂੰ ਭੋਜਨ ਦੇ ਕੇ ਛਕਾ ਕੇ ਉਹਨੂੰ ਰਜਾਉਂਦੇ ਆ, ਉਹਦੇ ਪ੍ਰਾਣ ਖਿੜ ਜਾਂਦੇ ਨੇ, ਉਹਦੇ ਪ੍ਰਾਣ ਹਰੇ ਹੋ ਜਾਂਦੇ ਨੇ। ਤੇ ਫਿਰ ਪ੍ਰਾਣ ਦਾਤਾ ਹੀ ਹੋਇਆ ਨਾ, ਅੰਨਦਾਤਾ ਤਾਂ ਨਾ ਹੋਇਆ ਨਾ, ਪ੍ਰਾਣ ਦਾਤਾ ਹੀ ਹੋ ਗਿਆ। ਅੰਨ ਦਾਨ ਵਰਗਾ ਦੁਨੀਆ 'ਚ ਕੋਈ ਦਾਨ ਨਹੀਂ। ਪਰ ਵੇਖਣਾ ਹੈ ਕਿ ਮੌਕੇ ਦੇ ਉੱਤੇ ਭੋਜਨ ਛਕਣ ਦੇ ਸਮੇਂ, ਲੰਗਰ ਪਕਾਉਣ ਦੇ ਸਮੇਂ ਜੋ ਹਾਜ਼ਰ ਹੋ ਗਿਆ ਉਹਨੂੰ ਛਕਾ ਦੇਵੇ। ਹਾਂਜੀ, ਛੁਦਤ ਪਿਖਤਈ ਦੇ ਨਰ ਧਨ। ਜਿਹੜਾ ਭੁੱਖਾ ਵੇਖਦਿਆਂ ਉਹਨੂੰ ਭੋਜਨ ਦੇ ਦੇਵੇ, ਨਾਲੋਂ ਨਾਲ ਉਹਦੇ ਲਈ ਛਕਣ ਦੀ ਪ੍ਰਬੰਧ ਕਰ ਦੇਵੇ। ਕਹਿੰਦੇ ਭਾਈ ਉਹ ਧਨ ਹੈ ਜਿਹੜਾ ਕਿਸੇ ਦੀ ਭੁੱਖ ਨਾ ਵੇਖ ਸਕੇ। ਸਤਿਗੁਰਾਂ ਨੇ ਸਿੱਖਾਂ ਅੰਦਰ ਇਹ ਦਰਦ ਪੈਦਾ ਕੀਤਾ। ਸਿੱਖ ਦੁਨੀਆ ਦੇ ਕਿਸੇ ਮਜ਼ਹਬ ਨਾਲ, ਕਿਸੇ ਮਤ ਨਾਲ, ਕਿਸੇ ਧਰਮ ਨਾਲ ਸੰਬੰਧਿਤ ਲੋਕ ਹੋਣ, ਜੇ ਉਹਨਾਂ ਅੰਦਰ ਭੁੱਖ ਹੈ ਭੋਜਨ ਦੀ, ਅੰਨ ਦੀ, ਤਾਂ ਉਸੇ ਵੇਲੇ ਤਿਨਾਂ ਲਈ ਭੋਜਨ ਦੀ ਵਿਵਸਥਾ ਕਰਦੇ ਨੇ। ਪਰ ਹਾਂ, ਮੈਂ ਅਕਸਰ ਬੇਨਤੀ ਇਹ ਵੀ ਕਰਦਾ ਹੁੰਨਾ ਕਿ ਹੋਰਾਂ ਨੂੰ ਵੀ ਛਕਾਓ ਭਾਈ, ਪਰ ਜਿਹੜੇ ਸਾਡੇ ਆਪਣੇ ਗਰੀਬ ਗੁਰਸਿੱਖ ਨੇ, ਜਿਨ੍ਹਾਂ ਦੇ ਘਰ ਵਿੱਚ ਸਹੀ ਯੋਗ ਢੰਗ ਨਾਲ ਅੰਨ ਦਾ ਪ੍ਰਬੰਧ ਨਹੀਂ, ਉਹਨਾਂ ਵਾਸਤੇ ਵੀ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਵੀ ਸક્ષਮ ਕਰਾਂ। ਸਾਡਾ ਪਰਿਵਾਰ ਹੈ ਸਾਰੇ ਸਿੱਖ ਜਗਤ ਦਾ, ਇਹਨਾਂ ਨੂੰ ਵੀ ਸક્ષਮ ਕਰਾਂ। ਇਹ ਵੀ ਸક્ષਮ ਹੋ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਫਿਰ ਦੂਜੀਆਂ ਕਮਿਊਨਿਟੀਆਂ ਵਾਸਤੇ, ਦੂਜਿਆਂ ਮਤਾਂਤਰਾਂ ਦੇ ਲੋਕਾਂ ਵਾਸਤੇ ਫਿਰ ਅਸੀਂ ਯਤਨ ਕਰਕੇ ਗੁਰੂ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਕੰਮ ਯਤਨਸ਼ੀਲ ਹੋ ਕੇ ਕਰਦੇ ਰਹੀਏ। ਹਾਂਜੀ, ਅੰਨ ਦਾਨ ਨੇ ਸਮੋ ਵਿਚਾਰੈ। ਅੰਨ ਦੇ ਦਾਨ ਵੇਲੇ ਸਮੇਂ ਦੀ ਵਿਚਾਰ ਨਾ ਕਰੇ। ਭੋਜਨ ਮੰਨ ਲਓ ਜੇ ਸ਼ਾਮ ਦਾ ਆਹ ਵੇਲਾ ਹੁਣ ਕੋਈ ਸਾਡੇ ਕੋਲ ਆ ਜਾਏ, ਉਹਨੇ ਭੋਜਨ ਛਕਣਾ, ਉਹ ਕਹੇ ਵੀ ਭੋਜਨ ਛਕਣਾ, ਅਸੀਂ ਆਖੀਏ ਵੀ ਰੋਟੀ ਦਾ ਟਾਈਮ ਹੈ ਹੁਣ ਤਾਂ ਚਾਹ ਪੀ ਲੈ। ਉਦੋਂ ਟਾਈਮ ਦੇ ਸਮੇਂ ਦੀ, ਗ੍ਰਸਤੀਆਂ ਦੇ ਘਰ ਵੀ ਕਈ ਵਾਰੀ ਆ ਜਾਂਦਾ ਕੋਈ ਭੋਜਨ ਦੀ ਮੰਗ ਕਰ ਲਵੇ, ਉਹਨੂੰ ਉੱਦਾਂ ਕਿਸੇ ਪ੍ਰਕਾਰ ਦੇ ਪੈਸੇ ਦਾ ਦਾਨ ਦੇਣ ਨਾਲੋਂ ਚੰਗਾ ਦੋ ਪ੍ਰਸ਼ਾਦੇ ਛਕਾ ਦਿਓ। ਪੈਸੇ ਦਾ ਦਾਨ ਲੈ ਕੇ ਉਹਦੀ ਗਲਤ ਵਰਤੋਂ ਵੀ ਕਰ ਸਕਦਾ, ਉਹਦੀ ਦੁਰਵਰਤੋਂ ਵੀ ਕਰ ਸਕਦਾ। ਪ੍ਰਸ਼ਾਦਾ ਤਾਂ ਢਿੱਡ 'ਚ ਹੀ ਪਾਏਗਾ ਨਾ। ਜਦੋਂ ਭੁੱਖੀਆਂ, ਜਿਹੜਾ ਲੋੜਵੰਦ ਭੁੱਖਾ ਹੋਵੇਗਾ ਉਹੀ ਕਹੇਗਾ ਵੀ ਹਾਂ ਦੋ ਪ੍ਰਸ਼ਾਦੇ ਛਕਾ ਦਿਓ। ਜਿਹੜਾ ਲਾਲਚੀ ਲੋਭੀ ਹੋਏਗਾ ਉਹਨੇ ਕਹਿਣਾ ਨਹੀਂ ਜੀ ਪ੍ਰਸ਼ਾਦਾ ਨਹੀਂ ਜੀ, ਮੈਨੂੰ ਤੁਸੀਂ ਪੈਸੇ ਦੇ ਦਿਓ ਜੀ, ਮੈਂ ਆਟਾ ਘਰ ਲੈ ਜਾਵਾਂਗਾ ਜੀ। ਉਹ ਲੋਭੀ ਹੁੰਦੇ ਆ। ਜਿਹਨੂੰ ਲੋੜ ਹੁੰਦੀ ਆ ਭੋਜਨ ਦੀ, ਉਹਨੇ ਕਹਿਣਾ ਜੀ ਹਾਂ ਛਕਾ ਦਿਓ, ਦੋ ਪ੍ਰਸ਼ਾਦੇ ਛਕਾ ਦਿਓ। ਤੋ ਅੰਨ ਦਾਨ ਵੇਲੇ ਸਮੇਂ ਦੀ ਜਿਹੜੀ ਵਿਚਾਰ ਹੈ ਉਹ ਨਾ ਕਰੇ, ਜਾਂ ਇਹ ਨਾ ਕਹੇ ਹਾਲੇ ਠਹਿਰ ਜਾ, ਹਾਲੇ ਥੋੜਾ ਟਾਈਮ ਲੱਗੇਗਾ। ਇੱਦਾਂ ਕਹਿੰਦੇ ਸਮੇਂ ਦੀ ਵਿਚਾਰ ਨਾ ਕਰੇ, ਬਸ ਜੋ ਹੈ ਉਸ ਵੇਲੇ ਹਾਜ਼ਰ ਕਰ ਦੇਵੇ। ਰੈਨ ਕਿਦੋਂ ਦਿਨ ਸੰਜ ਸਕਾਰੈ। ਚਾਹੇ ਰਾਤ ਦਾ ਵੇਲਾ ਹੋਵੇ, ਚਾਹੇ ਸ਼ਾਮ ਦਾ ਵੇਲਾ ਹੋਵੇ, ਚਾਹੇ ਸਵੇਰ ਦਾ ਵੇਲਾ ਹੋਵੇ। ਐਸਾ ਨਹੀਂ ਵੀ ਉਹ ਕੋਈ ਪ੍ਰਸ਼ਾਦਾ ਮੰਗਣ ਆ ਜਾਏ, ਭੋਜਨ ਦੀ ਉਹਨੂੰ ਭੁੱਖ ਦੀ ਲੋੜ ਹੋਵੇ, ਗ੍ਰਸਤੀਆਂ ਦੇ ਘਰ ਕੋਈ ਲੋੜਵੰਦ ਆ ਜਾਏ, ਕੋਈ ਗੁਰਸਿੱਖ ਆ ਜਾਏ ਪ੍ਰਸ਼ਾਦੇ ਦੇ ਟਾਈਮ, ਤੇ ਕਹੇ ਵੀ ਹਾਲੇ ਮੈਂ ਤਾਂ ਕਣਕ ਪੀਣੀ ਹੈ ਪਹਿਲਾਂ, ਤੇ ਕਣਕ ਨੂੰ ਪੀਣ ਤੋਂ ਪਹਿਲਾਂ ਪੀਣ ਕਰਨਾ, ਪੀਣ ਕਰਕੇ ਤੇ ਫਿਰ
ਉਹਨੂੰ ਪੀਸਣਾ, ਪੀਸ ਕੇ ਆਟਾ ਬਣਾ ਕੇ ਤੇ ਫਿਰ ਜਾ ਕੇ ਰੋਟੀਆਂ ਪਕਾਵਾਂ ਤੇ ਫਿਰ ਜਾ ਕੇ ਨਾਲ ਸਬਜ਼ੀ ਭਾਜੀ, ਇਹ ਨਹੀਂ ਕੰਮ ਹੁੰਦਾ। ਉਹਨੂੰ ਕਹਿੰਦੇ ਆ ਵੀ ਇਹ ਤਾਂ ਗਿੱਲਾ ਪੀਣ ਵਾਲਾ, ਆਪਾਂ ਨਹੀਂ ਕਹਿੰਦੇ, ਤਾਂ ਪੀਣ ਪਾ ਕੇ ਬਹਿ ਗਏ। ਯਾਨੀ ਕਿ ਪੀਣ ਨੂੰ ਟਾਈਮ ਲੱਗਦਾ ਨਾ। ਅੱਜ ਕੱਲ੍ਹ ਤੇ ਚਲੋ ਹੋਰ ਬੜੇ ਸਾਧਨ ਆ ਗਏ। ਤਾਂ ਪਹਿਲਾਂ ਇੱਕ ਇੱਕ ਦਾਣੇ ਨੂੰ ਚੁਣ ਕੇ ਉਹਦੇ ਵਿੱਚੋਂ ਜੋ ਕੱਖ ਕੰਡਾ ਹੁੰਦਾ ਵੱਖਰਾ ਕਰਕੇ ਇੱਦਾਂ ਕਹਿੰਦੇ ਪੀਣ ਪਾ ਕੇ ਬਹਿ ਗਏ। ਐਸਾ ਨਹੀਂ ਹੋਣਾ ਚਾਹੀਦਾ। ਘਰ ਵਿੱਚ ਮਾਤਾਵਾਂ ਭੈਣਾਂ ਨੂੰ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਇਹ ਦਾਤ ਦਿੱਤੀ ਹੈ ਭੋਜਨ ਬਣਾ ਕੇ ਛਕਾਉਣ ਦੀ, ਜੇ ਭੋਜਨ ਦੇ ਸਮੇਂ ਕੋਈ ਆ ਗਿਆ ਤੇ ਉਹਨਾਂ ਨੇ ਸਮਾਂ ਨਹੀਂ ਬਹੁਤਾ ਲਾਉਣਾ ਚਾਹੀਦਾ। ਜੱਲੇ ਜੇ ਬਣ ਕੇ ਨਹੀਂ ਲੱਗੇ ਰਹਿਣਾ ਵੀ ਹਾਲੇ ਹੌਲੇ ਹੌਲੇ ਜਾ ਕੇ ਆਟਾ ਕੱਢਣਾ ਭੜੋਲੀ ਦੇ ਵਿੱਚੋਂ, ਫਿਰ ਉਹਨੂੰ ਆਟੇ ਦੇ ਵਿੱਚ ਪਾਣੀ ਪਾ ਕੇ ਹੌਲੇ ਜੀ ਫਿਰ ਹੌਲੇ ਹੌਲੇ ਮੁੱਕੀਆਂ ਜੀਆਂ ਮਾਰਨੀਆਂ। ਫਿਰ ਹੱਲੇ ਨਾਲ ਹੀ ਜਿੰਨਾ ਛੇਤੀ ਹੋ ਸਕੇ ਭੋਜਨ ਬਣਾ ਕੇ, ਉਹਦਾ ਹਾਲੇ ਜਪਜੀ ਸਾਹਿਬ ਦਾ ਪਾਠ ਵੀ ਪੂਰਾ ਨਾ ਹੋਇਆ ਹੋਵੇ ਤੇ ਐਨ ਉਹਦੇ ਅੱਗੇ ਥਾਲਾ ਪਿਆ ਹੋਵੇ ਪ੍ਰਸ਼ਾਦੇ ਦਾ, ਤੋ ਇੰਨਾ ਕੁ ਉਦਮ ਹੋਣਾ। ਵੇਖੀ ਦਾ ਆਮ ਗੁਰਸਿੱਖਾਂ ਦੇ ਘਰਾਂ ਵਿੱਚ ਕਈ ਮਾਤਾਵਾਂ ਭੈਣਾਂ ਇੰਨੀਆਂ ਉਦਮ ਵਾਲੀਆਂ ਹੁੰਦੀਆਂ ਨੇ ਕਿ 10 ਸਿੰਘ ਵੀ ਅਚਾਨਕ ਆ ਜਾਣ ਘਰ ਤੇ ਨਾਲ ਹੀ ਹੱਲੇ ਨਾਲ ਹੀ ਬੜੀ ਛੇਤੀ ਨਾਲ ਹੀ ਭੋਜਨ ਤਿਆਰ ਕਰ ਲੈ। ਤੇ ਕਈ ਘਰਾਂ 'ਚ ਇੱਦਾਂ ਵੀ ਵੇਖਣ ਨੂੰ ਮਿਲਦਾ ਵੀ ਕੱਲਾ ਤੋਂ ਕੱਲਾ ਵੀ ਕੋਈ ਸਿੰਘ ਆ ਜਾਏ, ਉਹਦੇ ਵਾਸਤੇ ਵੀ ਪੀਣ ਪਿਆ ਹੁੰਦਾ, ਉਹ ਜਲ ਜਿਹਾ ਪਿਆ ਹੁੰਦਾ, ਕੀ ਬਣਾਈਏ ਕੀ ਕਰੀਏ। ਫਿਰ ਇਹ ਨਾ ਵੇਖੋ ਜੋ ਹੈ ਹਾਜ਼ਰ, ਦਾਲ ਬਣਾਉਣੀ ਹੈ, ਉਹ ਵੀ ਸਭ ਤੋਂ ਸੌਖਾ ਕੰਮ ਹੈ। ਉਹ ਮੂੰਗੀ ਮਸਰੀ ਦੀ ਦਾਲ ਬਣ ਜਾਂਦੀ ਹੈ ਮਿੰਟਾਂ ਸਕਿੰਟਾਂ 'ਚ। ਫਿਰ ਇਹ ਨਾ ਵੇਖੇ ਵੀ ਹੁਣ ਤਾਂ ਮੈਂ ਕਈ ਤਰ੍ਹਾਂ ਦੇ ਪਕਵਾਨ ਬਣਾਉਣੇ ਨੇ ਫਿਰ ਛਕਾਉਣੇ ਨੇ। ਉਹ ਕਈ ਤਰ੍ਹਾਂ ਦੇ ਪਕਵਾਨ ਬਣਾਉਂਦਿਆਂ ਉਹ ਜਿਹੜਾ ਆਇਆ ਹੋਇਆ ਉਹਦੀਆਂ ਆਂਦਰਾਂ ਲੂੰਦੀਆਂ ਰਹਿਣ ਭੁੱਖ ਦੇ ਨਾਲ, ਉਹ ਨਾ ਮੂੰਹ ਕੁਝ ਕਹਿਣ ਜੋਗਾ। ਕਈ ਸੰਗੂ ਹੁੰਦੇ ਆ, ਉਹ ਨਹੀਂ ਆਖਦੇ ਬਾਰ-ਬਾਰ, ਉਹ ਅੰਦਰੋਂ ਹੀ ਅੰਦਰ ਭੁੱਖ ਦੇ ਨਾਲ ਕੜਾਕੇ ਨਾਲ ਉਹਨਾਂ ਦੀ ਉਹ ਜਿੰਦ ਨਿਕਲਣ ਵਾਲੀ ਹੋਈ ਹੁੰਦੀ ਹੈ। ਉਧਰੋਂ ਸੀਟੀਆਂ ਦੀ ਆਵਾਜ਼ ਆਉਂਦੀ ਹੁੰਦੀ ਕੁੱਕਰ ਦੀ, ਉਹ ਹੋਰ ਜ਼ਿਆਦਾ ਪਰੇਸ਼ਾਨ ਹੁੰਦਾ ਵੀ ਹਲੇ ਤੇ ਸੀਟੀਆਂ ਵੱਜਦੀਆਂ ਨੇ, ਪਤਾ ਨਹੀਂ ਕਦੋਂ ਬਣੇ ਸਬਜ਼ੀ ਭਾਜੀ। ਇਹ ਵਰਤਾਰੇ ਆਮ ਵਰਤ ਰਹੇ ਨੇ। ਉਦਮੀ ਹੋਵੋ। ਭੋਜਨ ਜਿਹੜਾ ਭਾਈ ਮਹਾਰਾਜ ਜੀ ਦੱਸ ਰਹੇ ਨੇ ਵੀ ਉਹਦੀ ਸਮੇਂ ਦੀ ਵਿਚਾਰਨਾ ਕਰੇ। ਸਾਂਝ ਨੂੰ, ਸਵੇਰ ਨੂੰ, ਸ਼ਾਮ ਨੂੰ, ਦੁਪਹਿਰ ਨੂੰ, ਜਦੋਂ ਵੀ ਕੋਈ ਆ ਜਾਏ ਉਸੋਂ ਜੇ ਉਹਨੂੰ ਭੋਜਨ ਦੇ ਅੱਗੇ ਕਹਿ ਦਿੱਤਾ ਵੀ ਹਾਂ ਭੋਜਨ ਛਕਣਾ, ਪ੍ਰਸ਼ਾਦਾ ਛਕਣਾ, ਤਾਂ ਉਸੇ ਵੇਲੇ ਉਹਦੇ ਲਈ ਭੋਜਨ ਦਾ ਪ੍ਰਬੰਧ ਕਰੇ। ਪੁੰਨਿਓ ਦਰਸ ਆਦ ਜੇ ਪਰਬ, ਪੁੰਨਿਆਂ ਦਾ ਦਿਨ ਹੋਣਾ ਜਾਂ ਮੱਸਿਆ ਦਾ ਦਿਨ ਹੋਣਾ ਜਾਂ ਜਿਹੜੇ ਪੁਰਬ ਦੇ ਦਿਨ ਹੁੰਦੇ ਨੇ, ਨਹਿਨ ਪ੍ਰਤੀਖੇ ਤਿਆਗੈ ਸਰਬ, ਕਹਿੰਦੇ ਹੁਣ ਉਡੀਕਦਾ ਰਹੇ। ਜੇ ਕੋਈ ਆ ਜੇ ਸਿੰਘ ਘਰ ਦੇ ਵਿੱਚ ਤੇ ਉਹਨੂੰ ਕਹੇ ਵੀ ਅਸੀਂ ਤਾਂ ਪੁੰਨਿਆਂ ਵਾਲੇ ਦਿਨ ਮੱਸਿਆ ਵਾਲੇ ਦਿਨ ਰੋਟੀ ਖਵਾਉਂਦੇ ਆ ਜੀ, ਉਹ ਦਿਨ ਆਇਓ ਜੇ। ਕੀ ਗਰੰਟੀ ਆ ਵੀ ਮੱਸਿਆ ਵਾਲੇ ਦਿਨ ਤੱਕ ਉਹ ਜਿਉਂਦਾ ਰਹੇਗਾ ਜਾਂ ਅਸੀਂ ਜਿਉਂਦੇ ਰਹਾਂਗੇ, ਜਾਂ ਪੁੰਨਿਆਂ ਵਾਲੇ ਦਿਨ। ਕਹਿੰਦੇ ਇਹ ਉਡੀਕਾਂ ਨਾ ਕਰੇ ਫਿਰ ਵੀ ਪੁਰਬ ਆਵੇਗਾ ਜਾਂ ਮੱਸਿਆ ਆਵੇਗੀ, ਪੁੰਨਿਆ ਆਵੇਗੀ, ਦਸਵੀਂ ਆਵੇਗੀ, ਪੰਚਮੀ ਆਵੇਗੀ, ਫਿਰ ਅਸੀਂ ਪ੍ਰਸ਼ਾਦਾ ਛਕਾਉਣਾ ਹੈ। ਪਾਤਰ ਅਪਾਤਰ ਨਾ ਹੇਰਤ ਕੋਏ, ਇਹ ਨਾ ਵੇਖੇ ਵੀ ਜਿਹਨੂੰ ਭੋਜਨ ਛਕਾਉਣਾ ਉਹ ਰੋਡਾ ਭੋਡਾ ਹੈ ਕਿ ਸਿੱਖ ਸਰੂਪ ਵਿੱਚ ਹੈ। ਪਾਤਰ ਕੁਪਾਤਰ ਦੀ ਵਿਚਾਰ ਨਾ ਕਰੇ। ਜੇ ਭੋਜਨ ਹੀ ਛਕਾਉਣਾ ਹੈ, ਪਾਤਰ ਕੁਪਾਤਰ ਦੀ ਵਿਚਾਰ ਨਾ ਕਰੇ। ਊਚ ਨੀਚ ਕੈਸੋ ਨਰ ਹੋਏ, ਉੱਚਾ ਨੀਵਾਂ ਜਿਸ ਤਰ੍ਹਾਂ ਦਾ ਵੀ ਕੋਈ ਵਿਅਕਤੀ ਹੋਵੇ। ਦੇਖਤ ਛੁਦਤ ਅੰਨ ਕੋ ਦਏ, ਲੰਗਰ ਵਿੱਚ ਆ ਜਾਏ, ਮੰਨ ਲਓ ਗੁਰੂ ਘਰਾਂ ਵਿੱਚ ਲੰਗਰ ਵਿੱਚ ਕੋਈ ਆ ਜਾਏ, ਕਹਿੰਦੇ ਵੇਖ ਕੇ ਉਹਨੂੰ ਭੁੱਖਾ ਨਾ ਰਹਿਣ ਦੇਵੇ, ਉਹਨੂੰ ਭੋਜਨ ਛਕਾਵੇ। ਸਕਲ ਦਾਨ ਤੇ ਫਲ ਅਧਿਕੇ, ਐ ਗੁਰਸਿੱਖੋ ਦੁਨੀਆ ਦੇ ਸਾਰੇ ਦਾਨਾਂ ਵਿੱਚੋਂ ਸਭ ਤੋਂ ਵੱਡਾ ਦਾਨ ਇਹ ਅੰਨ ਦਾ ਦਾਨ ਹੈ। ਮਮ ਸਿੱਖ ਪਿਆਰੋ ਦੇਗ ਜੋ ਕਰੈ, ਮੇਰੇ ਜਿਹੜੇ ਪਿਆਰੇ ਸਿੱਖ ਨੇ ਜਿਹੜੇ ਇਸ ਤਰ੍ਹਾਂ ਦੀ ਦੇਗ ਯਾਨੀ ਕਿ ਇਸ ਤਰ੍ਹਾਂ ਦਾ ਲੰਗਰ ਤਿਆਰ ਕਰਦੇ ਨੇ। ਛੁਦਤ ਨਰਨ ਕੀ ਛੁਦਾ ਸੋ ਹਰੇ, ਜਿਹੜਾ ਮੇਰਾ ਸਿੱਖ ਹੈ ਉਹ ਏਦਾਂ ਦਾ ਲੰਗਰ ਤਿਆਰ ਕਰੇ, ਭੁੱਖਿਆਂ ਦੀ ਭੁੱਖ ਦੂਰ ਕਰੇ। ਸਭ ਦਾਨਨ ਤੇ
ਉੱਤਮ ਦਾਨ। ਇਹ ਦੁਨੀਆ ਦੇ ਸਾਰੇ ਦਾਨਾਂ ਵਿੱਚੋਂ ਉੱਤਮ ਤੇ ਸ੍ਰੇਸ਼ਟ ਦਾਨ ਹੈ। ਜਿਸ ਕੇ ਦੀਏ ਬਚਤ ਹੈ ਪ੍ਰਾਨ। ਕਿਉਂਕਿ ਅੰਨ ਦਾ ਦਾਨ ਦਿੱਤਿਆਂ ਪ੍ਰਾਣ ਬਚਦੇ ਨੇ, ਜਿੰਦ ਬਚਦੀ ਹੈ। ਜਾਂ ਤੇ ਇਸ ਸਮਾਨ ਨੇ ਆਨ। ਇਸ ਕਰਕੇ ਭਾਈ ਗੁਰਮਖੋ, ਗੁਰਸਿੱਖੋ, ਇਸ ਅੰਨ ਦਾਨ ਦੇ ਬਰਾਬਰ ਦੁਨੀਆ 'ਚ ਕੋਈ ਦਾਨ ਨਹੀਂ। ਲਿਓ ਮਹਾਫਲ ਸਿੱਖ ਸੁਜਾਨ। ਗੁਰਸਿੱਖ ਇਸ ਮਹਾਫਲ ਨੂੰ ਪ੍ਰਾਪਤ ਕਰਦੇ ਹਨ। ਸ਼੍ਰੀ ਮੁਖ ਤੇ ਮਹਿਮਾ ਸੁਨ ਐਸੇ। ਕਲਗੀਧਰ ਜੀ ਦੇ ਮੁਖੋਂ ਐਸੀ ਭਾਰੀ ਮਹਿਮਾ ਲੰਗਰ ਦਾਨ ਦੀ, ਅੰਨ ਦਾਨ ਦੀ ਸੁਣ ਕੇ ਭਏ ਸੁਚੇਤ ਸਿੱਖ ਜੇ ਬੈਸੇ। ਜਿੰਨੇ ਸਿੱਖ ਸਨ ਉਹ ਵੀ ਸਾਰੇ ਸੁਚੇਤ ਹੋ ਗਏ ਕਿ ਸਾਹਿਬ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ। ਉਹਨਾਂ ਨੂੰ ਪਛਤਾਵਾ ਵੀ ਹੋਇਆ ਆਪਣਾ ਕਿ ਅੱਜ ਬਾਜਾਂ ਵਾਲੇ ਸਤਿਗੁਰੂ ਆਪ ਆਏ, ਸਾਡੇ ਕੋਲ ਲੰਗਰ ਛਕਣ ਅਸੀਂ ਛਕਾ ਨਹੀਂ ਸਕੇ। ਟਾਲਾ ਮਟੋਲਾ ਕਰਦੇ ਰਹਿ ਗਏ। ਭਾਈ ਨੰਦ ਲਾਲ ਸਾਹਿਬ ਜੀ ਪ੍ਰਵਾਨ ਹੋ ਗਏ ਗੁਰੂ ਚਰਨਾਂ 'ਚ। ਤੋ ਇਸ ਤਰ੍ਹਾਂ ਕਈਆਂ ਨੂੰ ਪਛਤਾਵਾ ਵੀ ਹੋਇਆ ਤੇ ਅੱਗੇ ਤੋਂ ਸੁਚੇਤ ਤੇ ਸਾਵਧਾਨ ਹੋ ਗਏ। ਭਾਉ ਭਗਤ ਕੋ ਹਿਰਦੈ ਧਾਰਾ। ਪ੍ਰੇਮਾ ਭਗਤੀ ਨੂੰ ਗੁਰਸਿੱਖਾਂ ਨੇ ਆਪਣੇ ਹਿਰਦੇ 'ਚ ਧਾਰਨ ਕੀਤਾ ਹੈ। ਗੁਰੂ ਖਾਲਸਾ ਜੀ ਸਿੱਖਿਆ ਲੈ ਕੇ ਜਿਹੜਾ ਉਸ ਸਿੱਖਿਆ ਨੂੰ ਧਾਰਨ ਕਰ ਲਵੇ ਉਹ ਕਿਰਤਾਰਥ ਹੋ ਜਾਂਦਾ ਹੈ। ਜਿਹੜਾ ਸੁਣ ਸੁਣ ਕੇ ਅਣਸੁਣੀ ਜੀ ਕਰਕੇ ਢੀਠ ਜਿਹਾ ਬਣਿਆ ਰਹੇ ਉਹ ਨਹੀਂ ਦਰ ਲੇਖੇ ਪ੍ਰਵਾਨ ਹੁੰਦਾ। ਜਹ ਪ੍ਰਸੰਨਤਾ ਗੁਰੂ ਉਦਾਰਾ। ਹੁਣ ਜਿੰਨੇ ਸਿੱਖ ਨੇ ਭੋਜਨ ਛਕਾਉਂਦੇ ਆ ਸਤਿਗੁਰਾਂ ਦੀ ਪ੍ਰਸੰਨਤਾ ਲੈਣ ਲਈ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਵਾਸਤੇ ਭੋਜਨ ਲੰਗਰ ਛਕਾਉਂਦੇ ਹਨ। ਦੇਗ ਵਿਖੇ ਜਬ ਕੋ ਚੱਲ ਆਵੇ। ਕਹਿੰਦੇ ਜਦੋਂ ਵੀ ਕੋਈ ਹੁਣ ਲੰਗਰ 'ਚ ਚੱਲ ਕੇ ਆਉਂਦਾ ਬਿਨਾ ਦੇਰ ਤਤਕਾਲ ਛਕਾਵੇ। ਬਿਨਾ ਦੇਰੀ ਤੋਂ ਤਾਤਕਾਲ ਉਹਨੂੰ ਭੋਜਨ ਛਕਾਉਂਦੇ ਆ ਗੁਰਸਿੱਖ। ਕੋਈ ਆ ਜਾਵੇ ਸਵੇਰੇ ਛੇਤੀ ਲੰਗਰ ਪ੍ਰਸ਼ਾਦਾ ਤਿਆਰ ਕਰ ਲੈਂਦੇ ਆ ਕਿ ਤਕਰੀਬਨ ਸਵੇਰੇ 6-7 ਵਜੇ ਹੀ ਪ੍ਰਸ਼ਾਦੇ ਲਾ ਲੈਂਦੇ ਆ। ਜਦੋਂ ਕੋਈ ਆ ਜਾਏ ਉਹਨੂੰ ਉਸੇ ਵੇਲੇ ਭੋਜਨ ਦਾ ਪ੍ਰਬੰਧ ਕਰਦੇ ਹਨ ਔਰ ਗੁਰੂ ਕੀ ਖੁਸ਼ੀ ਮਾਣਨਾ ਚਾਹੁੰਦੇ ਹਨ। ਸ਼ੁੱਧਤ ਨ ਰਹੇ ਪ੍ਰਣ ਕੋ ਤਾਰਾ। ਸਿੱਖਾਂ ਨੇ ਪ੍ਰਣ ਧਾਰਨ ਕਰ ਲਿਆ ਲੰਗਰ ਲਾਉਣ ਵਾਲਿਆਂ ਨੇ ਕਿ ਜਿੱਥੇ ਅਸੀਂ ਲੰਗਰ ਲਾਉਣਾ ਉੱਥੋਂ ਜੇ ਕੋਈ ਆ ਜਾਏ ਅਸੀਂ ਕਿਸੇ ਨੂੰ ਆਪਣੇ ਲੰਗਰਾਂ 'ਚੋਂ ਭੁੱਖਿਆਂ ਨਹੀਂ ਜਾਣ ਦੇਣਾ। ਭੁੱਖਿਆਂ ਨਹੀਂ ਕਿਸੇ ਨੂੰ ਲੰਗਰ ਵਿੱਚੋਂ ਜਾਣ ਦੇਣਾ। ਮਹਾਦਾਨ ਕੋ ਸੁਫਲ ਵਿਚਾਰਾ। ਵਿਚਾਰਦੇ ਨੇ ਬੜਾ ਵੱਡਾ ਮਹਾਦਾਨ ਹੈ ਕਿਸੇ ਨੂੰ ਅੰਨ ਦਾਨ ਕਰਨਾ।